गुड आफ्टरनून बेटा। मैं मोनिका मेहता, साइंस मिस्टर GSS ਲੋਗੜ। ਅੱਜ 6ਵੀਂ ਕਲਾਸ ਨੂੰ ਅਸੀਂ ਕਰਾ ਰਹੇ ਹਾਂ ਭੋਜਨ ਦੇ ਤੱਤ ਕੰਪੋਨੈਂਟ ਆਫ ਫੂਡ। ਠੀਕ ਹੈ, ਇਹਦੇ ਵਿੱਚ ਕਿਆ ਹੈ, ਜਿਸ ਤਰ੍ਹਾਂ ਇੱਕ ਥਾਲੀ ਦਿਖਾਈ ਹੈਗੀ ਆ, ਕਿਆ ਕਿਆ ਦਿਖ ਰਿਹਾ ਤੁਹਾਨੂੰ? ਸਬਜ਼ੀ, ਰੋਟੀ, ਦਾਲ। ਠੀਕ ਹੈ, ਤਾਂ ਰੋਟੀ ਕਾਹਦੀ ਬਣੀ ਹੁੰਦੀ ਆ? ਆਟੇ ਦੀ। ਆਟਾ ਕੀ ਹੈ? ਵੀਟ ਕਿਆ ਹੁੰਦੀ ਹੈ? ਕੀ ਹੋਣਗੇ ਇਹਦੇ ਵਿੱਚ? ਕਾਰਬੋਹਾਈਡਰੇਟਸ ਹੋਣਗੇ। ਠੀਕ ਹੈ, ਮਟਰ ਹੈ, ਮਟਰਾਂ ਦੇ ਵਿੱਚ ਪੀਸ ਦੇ ਵਿੱਚ ਕਿਆ ਹੋਏਗਾ? ਪ੍ਰੋਟੀਨਸ ਹੁੰਦੇ ਆ, ਵੈਜੀਟੇਬਲ ਓਰੀਜਨ ਹੈਗਾ। ਦਾਲ ਹੈ, ਦਾਲ ਠੀਕ ਹੈ, ਇਹਨਾਂ 'ਚ ਵੀ ਪ੍ਰੋਟੀਨਸ ਹੁੰਦੀਆਂ। ਹੋਰ ਤੁਹਾਨੂੰ ਕਿਆ ਦਿਖ ਰਿਹਾ? ਕੈਰਟ ਦਿਖ ਰਹੀ ਹੈ, ਮਟਰ ਅਤੇ ਗਾਜਰ ਦੀ ਸਬਜ਼ੀ ਲੱਗ ਰਹੀ ਹੈਗੀ ਹੈ ਮੈਨੂੰ ਤਾਂ ਇਹ। ਤਾਂ ਕੈਰਟ ਹੈ, ਕੈਰਟ ਕੀ ਹੈ? ਵੈਜੀਟੇਬਲਸ 'ਚ ਕਿਆ ਹੁੰਦਾ ਹੈਗਾ? ਮਿਨਰਲਸ ਖਣਿਜ ਪਦਾਰਥ ਐਂਡ ਵਾਟਰ ਹੁੰਦਾ। ਠੀਕ ਹੈ, ਖਣਿਜ, ਲੂਣ ਅਤੇ ਪਾਣੀ ਹੁੰਦਾ ਹੈਗਾ। ਠੀਕ ਹੈ, ਮੇਰਾ ਖਿਆਲ ਸਭ ਨੂੰ ਸਮਝ ਆਉਂਦੀ ਹੋਏਗੀ ਸਾਰਾ ਕੁਝ, ਕਿਉਂਕਿ ਸਿਰਫ ਬੁੱਕ ਹੀ ਇੰਗਲਿਸ਼ ਮੀਡੀਅਮ ਦੀ ਖੁੱਲ੍ਹੀ ਹੈਗੀ ਆ, ਬਾਕੀ ਹੋਰ ਕੁਝ ਨਹੀਂ ਹੈ। ਤਾਂ ਅਸੀਂ ਜੋ ਵੀ ਕੁਝ ਖਾਂਦੇ ਹਾਂ, ਤੁਸੀਂ ਸੁਬਾਹ ਬ੍ਰੇਕਫਾਸਟ ਕਰਦੇ ਹੋ, ਮੰਨ ਲਓ ਤੁਸੀਂ ਆਲੂ ਦੇ ਪਰੌਂਠੇ ਖਾਧੇ ਹੈ ਨਾ, ਪਰਾਂਠਾ ਖਾਧਾ, ਤਾਂ ਉਹਦੇ ਵਿੱਚ ਕੀ ਸੀ? ਵੀਟ, ਪਟੈਟੋ ਘੀ ਲਗਾਇਆ ਹੁੰਦਾ ਮੰਮੀ ਨੇ ਨਾਲ ਖਾਣ ਲਈ, ਔਰ ਨਾਲ ਕੀ ਦਿੱਤਾ? ਦਹੀਂ। ਠੀਕ ਹੈ, ਅਗਰ ਅਸੀਂ ਇਹਨੂੰ ਚੰਗੀ ਤਰ੍ਹਾਂ ਐਨਾਲਿਸਿਸ ਕਰੀਏ, ਆਲੂ ਕੀ ਹੈਗੇ ਆ? ਕਾਰਬੋਹਾਈਡਰੇਟਸ ਹੁੰਦੇ ਆ। ਇਹਦੇ ਵਿੱਚ ਸਟਾਰਚ ਹੋਏਗੀ, ਆਲੂ ਦੇ ਵਿੱਚ ਵੀਟ ਇਜ਼ ਆਲਸੋ ਠੀਕ ਹੈ, ਸਟਾਰਚ ਕਾਹਦੀ ਬਣੀ ਹੁੰਦੀ ਹੈ? ਸਟਾਰਚ ਗਲੂਕੋਜ਼ ਦੇ ਸਮਾਲੈਸਟ ਯੂਨਿਟ ਮਿਲ ਕੇ ਕੀ ਬਣਾਉਂਦੇ ਹੈਗੇ ਆ? ਸਟਾਰਚ ਦਾ ਮੋਲੀਕਿਊਲ ਬਣਾਉਂਦੇ ਆ। ਤਾਂ ਯੂ ਕੈਨ ਸੇ ਗਲੂਕੋਜ਼, ਸਟਾਰਚ ਇੱਕੋ ਹੀ ਗੱਲ ਹੈ। ਠੀਕ ਹੈ, ਪੰਜਾਬੀ 'ਚ ਇਹਨੂੰ ਖੰਡ ਵੀ ਕਹਿ ਦਿੰਦੇ ਆ। ਇਹ ਸਾਰੇ ਕਾਹਦੇ ਕੰਪੋਨੈਂਟਸ ਹੈ? ਕਾਰਬੋਹਾਈਡਰੇਟਸ ਦੇ। ਤਾਂ ਸੋਰਸਿਸ ਕਿਆ ਹੋਣਗੇ ਕਾਰਬੋਹਾਈਡਰੇਟਸ ਦੇ? ਠੀਕ ਹੈ, ਇਹ ਜਿਵੇਂ ਰਾਈਸ, ਵੀਟ, ਹੋਰ ਕੀ ਕੀਤਾ ਹੈਗਾ? ਰਾਈਸ, ਵੀਟ, ਪਟੈਟੋ, ਸ਼ੂਗਰ ਕੇਨ, ਜਿੰਨੀਆਂ ਵੀ ਜ਼ਿਆਦਾਤਰ ਮਿੱਠੀਆਂ ਚੀਜ਼ਾਂ, ਪੋਟੈਟੋ, ਸ਼ੂਗਰ ਕੇਨ, ਬੀਟ ਰੂਟ ਹੈ ਨਾ, ਇਹਨਾਂ ਸਾਰਿਆਂ 'ਚ ਕੀ ਹੁੰਦੇ ਆ? ਕਾਰਬੋਹਾਈਡਰੇਟਸ ਹੁੰਦੇ ਆ। ਠੀਕ, ਤਾਂ ਇਹਦਾ ਮਤਲਬ ਫੂਡ ਦਾ ਇੱਕ ਕੰਪੋਨੈਂਟ ਕੀ ਹੋ ਗਿਆ? ਕਾਰਬੋਹਾਈਡਰੇਟਸ। ਨਾਓ ਕਮ ਟੂ ਦੀ ਪ੍ਰੋਟੀਨ। ਸੈਕਿੰਡ ਕੰਪੋਨੈਂਟ ਕਿਆ ਹੋਏਗਾ ਫੂਡ ਦੇ ਵਿੱਚ? ਪ੍ਰੋਟੀਨਸ। ਕਾਰਬੋਹਾਈਡਰੇਟ ਕਿਆ ਹੁੰਦੇ ਆ ਸਾਡੇ? ਪਹਿਲਾਂ ਕਾਰਬੋਹਾਈਡਰੇਟ ਦੇ ਵਿਲ ਪ੍ਰੋਵਾਈਡ ਦੀ ਐਨਰਜੀ। ਠੀਕ ਹੈ, ਇਹ ਸਾਡੀ ਬਾਡੀ ਦੇ ਵਿੱਚ ਕਾਰਬੋਹਾਈਡਰੇਟ ਕਿਸ 'ਚ ਟੁੱਟ ਜਾਂਦੇ ਆ? ਸਟਾਰਚ ਹੁੰਦੀ ਹੈ, ਗਲੂਕੋਜ਼ 'ਚ ਟੁੱਟਣਗੇ। ਗਲੂਕੋਜ਼ ਆਕਸੀਜਨ ਨਾਲ ਰਿਐਕਟ ਕਰਕੇ ਐਨਰਜੀ ਪ੍ਰੋਵਾਈਡ ਕਰੇਗੀ, ਤਾਂ ਕਰਕੇ ਇਹਨਾਂ ਨੂੰ ਊਰਜਾ ਦੇਣ ਵਾਲੇ, ਐਨਰਜੀ ਗਿਵਿੰਗ, ਠੀਕ ਹੈ, ਕਵਾਂਗੇ। ਊਰਜਾ ਦੇਣ ਵਾਲੇ ਸੋਰਸਿਸ ਕਵਾਂਗੇ ਕਿਹਨਾਂ ਨੂੰ? ਕਾਰਬੋਹਾਈਡਰੇਟਸ ਨੂੰ। ਠੀਕ ਹੈ, ਕਿਉਂਕਿ ਜਿਹੜੇ ਮਜ਼ਦੂਰ ਵਗੈਰਾ ਜਾਂ ਜਿਹੜੇ ਨਾ ਫਿਜ਼ੀਕਲ ਵਰਕ ਜ਼ਿਆਦਾ ਕਰਦੇ ਆ, ਉਹਨਾਂ ਨੂੰ ਗੁੜ, ਚਪਾਤੀ, ਇੱਦਾਂ ਦੀਆਂ ਚੀਜ਼ਾਂ ਉਹ ਜ਼ਿਆਦਾ ਖਾਂਦੇ ਆ। ਇਹਨਾਂ 'ਚ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਆ, ਤਾਂ ਉਹ ਐਨਰਜੀ ਗਿਵਿੰਗਸ ਹੁੰਦੇ ਆ। ਉਦੋਂ ਬਾਅਦ ਪ੍ਰੋਟੀਨ ਹੈ। ਪ੍ਰੋਟੀਨ ਸਾਨੂੰ ਪਹਿਲਾਂ ਸੋਰਸਿਸ ਦੇਖੋ ਕਿ ਕਿਆ ਸੋਰਸਿਸ ਹੈਗੇ ਆ ਪ੍ਰੋਟੀਨਸ ਦੇ। ਸਭ ਤੋਂ ਪਹਿਲਾਂ ਫਿਸ਼ ਹੈ ਨਾ, ਇਹ ਪਲਾਂਟਸ ਤੋਂ ਮਿਲਦਾ, ਅਤੇ ਇਹ ਐਨੀਮਲਸ ਤੋਂ। ਮਿਲਕ ਦੇ ਵਿੱਚ ਪ੍ਰੋਟੀਨ ਹੋਏਗੀ। ਐਗ ਹੈ, ਐਗ ਦਾ ਜੋ ਯੈਲੋ ਪਾਰਟ ਹੈ ਉਹਦੇ ਵਿੱਚ ਜ਼ਿਆਦਾ ਪ੍ਰੋਟੀਨ ਹੁੰਦੀ ਆ, ਉਹਨੂੰ ਐਲਬਿਊਮਿਨ ਕਹਿੰਦੇ ਆ। ਐਲਬਿਊਮਿਨ ਨਾਮ ਦੀ ਪ੍ਰੋਟੀਨ ਹੁੰਦੀ ਹੈ। ਮੀਟ ਦੇ ਵਿੱਚ, ਠੀਕ ਹੈ, ਪ੍ਰੋਟੀਨਸ ਹੋਏਗੀ। ਫਿਸ਼, ਮੀਟ, ਇੱਦਾਂ ਦੁੱਧ, ਇਹਨਾਂ 'ਚੋਂ। ਠੀਕ, ਦੈਨ ਪ੍ਰੋਟੀਨਸ ਦਾ ਕੰਮ ਕੀ ਹੈਗਾ? ਪ੍ਰੋਟੀਨਸ ਦੇ ਨਾਲ ਸਾਡੀ ਗਰੋਥ, ਤੁਸੀਂ ਹੁਣ ਛੋਟੇ ਬੱਚੇ ਹੋ ਨਾ, ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਹੈ। 6ਵੀਂ ਕਲਾਸ ਦੇ ਬੱਚੇ
ਤਾਂ ਤੁਹਾਡੀ ਹਾਈਟ ਇਨਕਰੀਜ਼ ਹੋ ਰਹੀ ਹੈ, ਮੈਂਟਲ ਡਿਵੈਲਪਮੈਂਟ, ਫਿਜ਼ੀਕਲ ਡਿਵੈਲਪਮੈਂਟ, ਤਾਂ ਇਹਨਾਂ ਦੇ ਲਈ ਪ੍ਰੋਟੀਨਸ ਨਸੈਸਰੀ ਹੁੰਦੀ ਹੈ। ਜ਼ਿਆਦਾ ਪ੍ਰੋਟੀਨਸ ਖਾਣੇ ਚਾਹੀਦੇ ਆ, ਤੁਹਾਡਾ ਵਾਧਾ ਅਤੇ ਵਿਕਾਸ ਜ਼ਿਆਦਾ ਹੁੰਦਾ। ਅਗਰ ਪ੍ਰੋਟੀਨਸ ਜ਼ਿਆਦਾ ਲਓਗੇ ਉਹਦਾ ਸਾਈਡ ਇਫੈਕਟ ਕਿਆ ਹੈ, ਕਿਡਨੀਜ਼ ਵੀ ਖਰਾਬ ਹੋ ਜਾਂਦੀਆਂ। ਦੇ ਵਿਲ ਇਫੈਕਟ ਓਵਰ ਕਿਡਨੀਜ਼, ਤਾਂ ਉਹਦੇ ਨਾਲ ਸਾਡੀਆਂ ਕਿਡਨੀਜ਼ ਖਰਾਬ ਹੋ ਜਾਂਦੀਆਂ। ਪ੍ਰੋਟੀਨਸ ਤੋਂ ਬਾਅਦ ਫੈਟਸ ਵੀ ਓਇਲ, ਘੀ, ਠੀਕ ਹੈ, ਕੋਕੋਨਟ ਓਇਲ, ਵੇਰੀਅਸ ਕਿੰਨੇ ਮਰਜ਼ੀ ਗਿਣਾਈ ਜਾਓ, ਤੁਸੀਂ ਗਿਣਾ ਦੋਗੇ। ਤਾਂ ਇਹ ਸਾਰੇ ਫੈਟਸ ਪਲਾਂਟਸ ਤੋਂ ਵੀ ਅਰਾਈਜ਼ ਹੁੰਦੇ ਆ, ਜਿਵੇਂ ਕੋਕੋਨਟ ਓਇਲ ਹੋਇਆ, ਰਿੰਡ ਸੀਡਸ, ਔਰ ਐਨੀਮਲ ਸੋਰਸਿਸ ਵੀ ਆ, ਅੱਜ ਕੱਲ੍ਹ ਬਣਾਏ ਵੀ ਜਾਂਦੇ ਆ, ਠੀਕ ਹੈ। ਤਾਂ ਇਹ ਕੀ ਹੋ ਗਏ ਸਾਡੇ ਫੈਟਸ ਐਂਡ ਜੋ ਵੀ ਹੈ ਫੈਟ ਓਇਲਸ ਐਂਡ ਘੀ ਵਗੈਰਾ ਹੈਗੇ ਆ। ਇਸ ਐਕਟੀਵਿਟੀ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਇੰਡੀਆ ਦਾ ਮੈਪ ਲੈ ਕੇ ਜਾਂ ਸਾਰੀਆਂ ਸਟੇਟਸ, ਜਿਵੇਂ ਆਂਧਰਾ ਪ੍ਰਦੇਸ਼ ਵਾਲੇ ਰਾਈਸ ਖਾਂਦੇ ਆ, ਤਿਊਰ ਦਾਲ, ਰਸਮ, ਠੀਕ ਹੈ। ਵੈਜੀਟੇਬਲ 'ਚ ਕੁੰਦਰੂ, ਮੈਨੂੰ ਪੰਜਾਬ ਦਾ ਹੀ ਪਤਾ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਂਦੇ ਹਾਂ, ਰਾਜਮਾਂਹ ਖਾਂਦੇ ਹਾਂ, ਸਰਸੋਂ ਦਾ ਸਾਗ, ਦਹੀਂ, ਘੀ ਵਗੈਰਾ ਖਾਂਦੇ ਹੈਗੇ ਆ। ਤਾਂ ਮੱਕੀ ਦੀ ਰੋਟੀ ਕਾਹਦੀ ਬਣੀ ਹੁੰਦੀ ਹੈ, ਗ੍ਰੇਨਸ ਦੀ, ਇਹਦੇ ਵਿੱਚ ਕੀ ਹੋਣਗੇ ਕਾਰਬੋਹਾਈਡਰੇਟ। ਰਾਜਮਾਂਹ 'ਚ ਪ੍ਰੋਟੀਨਸ ਹੁੰਦੇ ਆ, ਵੈਜੀਟੇਬਲਸ 'ਚ ਮਿਨਰਲ ਐਂਡ ਵਾਟਰ ਹੋਏਗਾ, ਇਹ ਕੀ ਹੈ ਫੈਟਸ, ਠੀਕ ਹੈ। ਇੱਦਾਂ ਤੁਸੀਂ ਇਹਨਾਂ ਨੂੰ ਸੈਪਰੇਟ ਕਰ ਸਕਦੇ ਹੈਗੇ ਹੋ। ਹੁਣ ਹਜੇ ਇਸ ਤੋਂ ਬਿਨਾਂ ਵਾਟਰ, ਮਿਨਰਲਸ, ਵਿਟਾਮਿਨਸ ਇਹਨਾਂ ਦੇ ਬਾਰੇ ਵੀ ਅਸੀਂ ਸਟੈਪ ਵਾਈਜ਼ ਕਰਦੇ ਹਾਂ। ਔਰ ਰਫ ਏਜਸ ਕਿਆ ਹੁੰਦਾ, ਇਹ ਸਾਰਾ ਕੁਛ ਜਿਵੇਂ ਜਿਵੇਂ ਚੈਪਟਰ 'ਚ ਅੱਗੇ ਪ੍ਰੋਗਰੈਸ ਕਰਾਂਗੇ। ਤਾਂ ਦੀਜ਼ ਆਰ ਆਲ ਕੰਪੋਨੈਂਟ ਆਫ ਦੀ ਬੈਲੈਂਸ ਡਾਈਟ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟਸ, ਵਿਟਾਮਿਨ, ਮਿਨਰਲ, ਵਾਟਰ ਐਂਡ rough phases. Carbohydrate, protein, fats, vitamin, mineral, water and rough phases, these are components of the balanced diet ਦੇ ਵਿੱਚ, ਸੰਤੁਲਿਤ ਭੋਜਨ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਪਾਣੀ, ਖਣਿਜ, ਲੂਣ, ਠੀਕ ਹੈ, ਇਹ ਸਾਰਾ ਕੁਝ ਹੁੰਦਾ। ਇਹਨਾਂ ਨੂੰ ਨਿਊਟਰੀਐਂਟਸ ਕਹਿੰਦੇ ਆ, ਭੋਜਨ ਦੇ ਤੱਤ ਕਹਿੰਦੇ ਆ। ਲਿਖਿਆ ਹੋਇਆ ਇੱਥੇ ਨਿਊਟਰੀਐਂਟਸ ਕਿਹੜੇ ਕਿਹੜੇ ਹੁੰਦੇ ਆ, ਭੋਜਨ ਦੇ ਤੱਤ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਵਿਟਾਮਿਨ, ਮਿਨਰਲ। ਇਨ ਐਡੀਸ਼ਨ ਅਸੀਂ ਫਾਈਬਰਸ ਵੀ ਲੈਂਦੇ ਹਾਂ ਔਰ ਵਾਟਰ ਵੀ, ਠੀਕ ਹੈ। ਸੌਰੀ ਹਿਲ ਗਿਆ ਬੇਟਾ। ਨਾਓ ਕਮ ਟੂ ਦੀ ਪੁਆਇੰਟ, ਇਹਨਾਂ ਦਾ ਟੈਸਟ ਤੁਸੀਂ ਕਿਵੇਂ ਐਕਸਪਲੇਨ ਕਰ ਸਕਦੇ ਹੋ ਕਿ ਗਿਵਨ ਫੂਡ ਮਟੀਰੀਅਲ 'ਚ ਸਟਾਰਚ ਹੈਗਾ, ਠੀਕ ਹੈ। ਤੁਹਾਨੂੰ ਮੈਂ ਇੱਕ ਫੂਡ ਮਟੀਰੀਅਲ ਦੇਤਾ, ਜਾਂ ਤੁਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਆਲਰੇਡੀ ਦੇਖੀਆਂ ਹੋਈਆਂ, ਤੁਹਾਨੂੰ ਅਸੀਂ ਕੱਚੇ ਆਲੂ ਦੇਤੇ, ਠੀਕ ਹੈ। ਇਹ ਬੱਚੇ ਕੀ ਕਰਦੇ ਆ, ਕੀ ਹੈ, ਪੋਟੈਟੋਜ਼ ਕੱਟ ਕਰ ਲਿਆ, ਪੋਟੈਟੋਜ਼ ਨੂੰ, ਤਾਂ ਇਹਦੇ ਉੱਤੇ ਆਇਓਡੀਨ ਦੇ ਘੋਲ ਦੀ ਇੱਕ ਡਰੋਪ ਪਾ ਰਹੇ ਆ। ਤਾਂ ਅਗਰ ਤਾਂ ਬਲੈਕ ਕਲਰ ਹੋ ਗਿਆ ਤਾਂ ਇਹਦੇ ਵਿੱਚ ਸਟਾਰਚ ਪ੍ਰੈਜੈਂਟ, ਠੀਕ ਹੈ। ਤਾਂ ਇਹ ਕਾਰਬੋਹਾਈਡਰੇਟ ਦੇ ਵਿੱਚ, ਆਲੂਆਂ ਦੇ ਵਿੱਚ, ਪੋਟੈਟੋਜ਼ ਦੇ ਵਿੱਚ ਕੀ ਹੈ, ਕਾਰਬੋਹਾਈਡਰੇਟ। ਹੁਣ ਦੱਸੋਗੇ ਇਹ ਪਾਣੀ 'ਚ ਘੁਲ ਕੇ ਇਹਦਾ ਘੋਲ ਬਣ ਜਾਏਗਾ, ਸੋਲਿਊਸ਼ਨ ਬਣ ਜਾਏਗਾ? ਨਹੀਂ। ਆਇਓਡੀਨ ਨੂੰ ਅਸੀਂ ਕਿਸ 'ਚ ਘੋਲਦੇ ਹਾਂ, ਅਲਕੋਹਲ 'ਚ। ਅਲਕੋਹਲ ਕੀ ਹੁੰਦੀ ਹੈ, ਵਾਈਨ ਹੁੰਦੀ ਹੈ, ਠੀਕ ਹੈ। ਜਰਾ ਕੁ ਅਲਕੋਹਲ ਲਓ, ਆਇਓਡੀਨ ਉਸ 'ਚ ਸੋਲੂਬਲ ਹੋਏਗੀ। ਆਇਓਡੀਨ ਜੋ ਵਾਟਰ 'ਚ ਹੈ, ਉਹ ਵਾਟਰ 'ਚ ਇਨਸੋਲੂਬਲ ਹੁੰਦੀ ਹੈ, ਇਨਸੋਲੂਬਲ ਘੁਲੇਗੀ ਨਹੀਂ, ਪਰ ਇਹ ਕਿਸ 'ਚ ਘੁਲਦੀ ਆ, ਅਲਕੋਹਲ ਦੇ ਵਿੱਚ ਘੁਲ ਕੇ ਇਹਦਾ ਘੋਲ ਬਣ ਜਾਂਦਾ। ਤਾਂ ਇਹਦਾ ਇਹ ਵੀ ਕੁਐਸਚਨ ਆਉਂਦਾ ਹੈਗਾ, ਤੁਸੀਂ ਆਇਓਡੀਨ ਦਾ ਘੋਲ ਕਿਸ 'ਚ ਬਣਾਉਣਾ, ਅਲਕੋਹਲ 'ਚ। ਤਾਂ ਕਾਰਬੋਹਾਈਡਰੇਟ ਅਗਰ ਤਾਂ ਬਲੈਕ ਕਲਰ ਆ ਗਿਆ ਤਾਂ ਸਟਾਰਚ ਇਜ਼ ਪ੍ਰੈਜੈਂਟ, ਅਦਰਵਾਈਜ਼ ਸਟਾਰਚ ਕੀ ਹੈ, ਗਲੂਕੋਜ਼ ਹੈ, ਗਲੂਕੋਜ਼ ਮੀਨਸ ਕਾਰਬੋਹਾਈਡਰੇਟ ਹੈ। ਤਾਂ ਕਾਰਬੋਹਾਈਡਰੇਟਸ ਆਰ present in the given food stuff, this way you can then test for the protein ਦਾ ਕੁਛ ਵੀ ਲੈ ਲਓ, ਐਗ ਲੈ ਲਓ ਬੋਇਲਡ, ਜਾਂ ਕੱਚਾ ਅੰਡਾ ਲੈ ਕੇ ਉਹਦਾ ਯੈਲੋ ਪਾਰਟ ਲੈ ਲਓ, ਠੀਕ ਹੈ। ਦਾਲ ਲੈ ਸਕਦੇ ਹੋ ਤੁਸੀਂ, ਆਹ ਸਾਰੇ, ਠੀਕ ਹੈ, ਵਾਈਟ ਪੋਰਸ਼ਨ ਬੋਇਲਡ ਐਗ ਦਾ, ਉਹਦੇ ਵਿੱਚ ਤੁਸੀਂ ਕਾਪਰ ਸਲਫੇਟ ਦਾ ਸੋਲਿਊਸ਼ਨ, ਔਕਸਿਸ ਦਾ ਮੀਨਸ ਸੋਲਿਊਸ਼ਨ, ਘੋਲ ਕੇ ਔਰ ਸੋਡੀਅਮ ਹਾਈਡਰੋਕਸਾਈਡ ਦਾ ਸੋਲਿਊਸ਼ਨ ਪਾਓਗੇ, 2-4 ਬੂੰਦਾਂ, ਤਾਂ ਤੁਹਾਡਾ ਕਿਹੜਾ ਕਲਰ ਆਏਗਾ,
ठीक है, जो भी ਤੁਹਾਨੂੰ ਕਲਰ ਆਏਗਾ ਪਿੰਕ ਜਾਂ ਵਾਇਲਟ ਇੱਥੇ ਲਿਖਿਆ ਹੋਏਗਾ ਪਰਟੀਕੂਲਰਲੀ। ਕਾਸਟਿਕ ਸੋਡਾ ਕਿਆ ਹੁੰਦਾ, ਸੋਡੀਅਮ ਹਾਈਡਰੋਕਸਾਈਡ ਪਲੱਸ ਕਾਪਰ ਸਲਫੇਟ। ਠੀਕ ਹੈ, ਇਹ ਪਾਉਂਗੇ ਤਾਂ ਇਹਨਾਂ ਨੂੰ ਦੇਖੋਗੇ ਟਰਨਸ ਇਨਟੂ ਵਾਇਲਟ ਬਲਿਊ। ਠੀਕ ਹੈ, ਵਾਇਲਟ ਕਲਰ ਪਿੰਕ ਜਾਂ ਜਿਹੋ ਜਿਹਾ ਕਲਰ ਆਉਂਦਾ ਹੈਗਾ, ਤਾਂ ਦਿਸ ਵਿਲ ਗਿਵ ਦੀ ਪ੍ਰੈਜੈਂਸ ਆਫ ਪ੍ਰੋਟੀਨ। ਕੋਈ ਵੀ ਸੋਰਸ ਲਓਗੇ ਫੂਡ ਸਟੱਫ, ਉਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਐਂਡ ਕਾਪਰ ਸਲਫੇਟ ਦਾ ਘੋਲ ਪਾਉਂਗੇ, ਇਟ ਟਰਨਸ ਇਨਟੂ ਦੀ ਵਾਇਲਟ ਕਲਰ। ਆਈ ਵਿਲ ਟੇਕ ਦੀ ਵਾਇਲਟ ਕਲਰ ਹੇਅਰ। ਠੀਕ ਹੈ, ਵਾਇਲਟ ਕਲਰ ਅਗਰ ਆ ਗਿਆ ਇੱਦਾਂ ਦਾ ਜਾਂ ਇੱਦਾਂ, ਠੀਕ ਹੈ ਆਲਮੋਸਟ, ਤਾਂ ਤੁਹਾਡਾ ਇਟ ਵਿਲ ਇੰਡੀਕੇਟ ਦੀ ਪ੍ਰੈਜੈਂਸ ਆਫ ਪ੍ਰੋਟੀਨ। ਤਾਂ ਇਹ ਸਾਰਨੀ ਤੁਸੀਂ ਆਪਣੀ ਪੂਰੀ ਕਰ ਸਕਦੇ ਹੋ। ਇਹਦੇ ਵਿੱਚ ਕੀ ਸੀਗਾ, ਕਾਰਬੋਹਾਈਡਰੇਟ। ਠੀਕ ਹੈ, ਮਿਲਕ ਦੇ ਵਿੱਚ ਕੀ ਆ, ਪ੍ਰੋਟੀਨਸ ਹੈਗੇ ਆ। ਗਰਾਊਂਡਨਟ 'ਚ ਕੀ ਹੈ, ਫੈਟ ਹੁੰਦੀ ਹੈ। ਤਾਂ ਇਹ ਫੈਟ ਦਾ ਟੈਸਟ ਕਿਵੇਂ ਕਰਨਾ ਹੈਗਾ, ਪ੍ਰੈਜੈਂਸ ਆਫ ਫੈਟ। ਤੁਸੀਂ ਬਿਸਕਿਟ ਲੈ ਲਏ, ਇੱਕ ਫਿਲਟਰ ਪੇਪਰ ਲਓ, ਬਿਸਕਿਟ ਇੱਥੇ ਰੱਖ ਲਿਆ, ਇਹਨੂੰ ਫੋਲਡ ਕਰ ਲਓ। ਫੋਲਡ ਕਰਕੇ ਠੀਕ ਹੈ ਥੋੜ੍ਹਾ ਜਿਹਾ ਪ੍ਰੈਸ ਕਰੋਗੇ, ਪ੍ਰੈਸ ਕਰਨ 'ਤੇ ਅਗਰ ਤਾਂ ਇਹਦੇ ਉੱਤੇ ਓਇਲ ਆ ਗਿਆ, ਠੀਕ ਹੈ, ਤੁਸੀਂ ਛੋਟੀਆਂ ਕਲਾਸਾਂ 'ਚ ਕਰਦੇ ਰਹੇ ਹੋ, ਇੱਕ ਪੇਪਰ ਨੂੰ ਸਿਰ 'ਤੇ ਰਗੜਦੇ ਹੋ ਹੈ ਨਾ, ਓਇਲ ਆ ਜਾਂਦਾ ਹੈਗਾ, ਤਾਂ ਤੁਸੀਂ ਬੱਚੇ ਇੱਕ ਦੂਜੇ ਨੂੰ ਕਹਿੰਦੇ ਹੋ ਕਿ ਸਿਰ 'ਤੇ ਤੇਲ ਲੱਗਿਆ ਹੋਇਆ। ਸੇਮ ਤੁਸੀਂ ਉਹ ਕਿਆ ਨਾਮ ਹੈ, ਕੁਰਕਰੇ ਚਿਪਸ ਬਿਸਕਿਟ ਵਗੈਰਾ ਰੱਖ ਕੇ ਪ੍ਰੈਸ ਕਰੋਗੇ, ਅਗਰ ਫਿਲਟਰ ਪੇਪਰ 'ਤੇ ਓਇਲ ਆ ਜਾਂਦਾ ਹੈਗਾ, ਦੈਟ ਮੀਨਸ ਇਟ ਵਿਲ ਸ਼ੋ ਕਿ ਗਿਵਨ ਫੂਡ ਸਟੱਫ ਕੰਟੇਨ ਦੀ ਫੈਟ, ਉਹਦੇ ਵਿੱਚ ਫੈਟ ਹੈਗੇ ਆ। ਜਿਵੇਂ ਕੁਕਡ ਰਾਈਸ ਹੈ, ਰਾਈਸ ਕੀ ਹੁੰਦਾ, ਸਟਾਰਚ। ਠੀਕ ਹੈ, ਤਾਂ ਇਹਦੇ ਵਿੱਚ ਇਹ ਕੀ ਹੈ, ਕਾਰਬੋਹਾਈਡਰੇਟ, ਇਹਦੇ ਵਿੱਚ ਕਾਰਬੋਹਾਈਡਰੇਟ ਹੋਣਗੇ। ਡਰਾਈ ਕੋਕੋਨਟ, ਕੋਕੋਨਟ 'ਚ ਪ੍ਰੋਟੀਨਸ ਹੁੰਦੀਆਂ, ਔਰ ਦਾਲ ਦੇ ਵਿੱਚ ਫੈਟਸ ਹੋਏਗੀ ਹੈ ਨਾ, ਔਰ ਪ੍ਰੋਟੀਨਸ ਵੀ ਹੁੰਦੀਆਂ ਹੈਗੀਆਂ। ਦਾਲ ਦੇ ਵਿੱਚ ਪ੍ਰੋਟੀਨਸ ਹੁੰਦੀਆਂ, ਕੁਕਡ ਦਾਲ ਦੇ ਵਿੱਚ ਪ੍ਰੋਟੀਨਸ ਹੋਣਗੇ, ਕਿਉਂਕਿ ਅਸੀਂ ਫੈਟਸ ਓਇਲ ਪਾਇਆ ਤਾਂ ਉਹਦੇ ਵਿੱਚ ਫੈਟਸ ਵੀ ਹੋਣਗੇ। ਵੈਜੀਟੇਬਲ ਓਇਲ ਦੇ ਵਿੱਚ ਵੈਜੀਟੇਬਲ 'ਚ ਸਲਾਈਸ ਆਫ ਐਨੀ ਵੈਜੀਟੇਬਲ, ਇਹਨਾਂ 'ਚ ਤਿੰਨੋਂ ਨਹੀਂ ਹੋਣਗੇ, ਨਾ ਕਾਰਬੋਹਾਈਡਰੇਟ, ਨਾ ਪ੍ਰੋਟੀਨ, ਨਾ ਤੁਹਾਡੇ ਫੈਟਸ, ਕਿਉਂਕਿ ਇਹਨਾਂ ਦੇ ਵਿੱਚ ਕਿਆ ਹੋਣਗੇ, ਮਿਨਰਲਸ, ਵਿਟਾਮਿਨਸ ਵਗੈਰਾ। ਜਿਵੇਂ ਸਪਾਈਨਚ ਹੈ, ਪਾਲਕ ਹੈ, ਉਹਦੇ ਵਿੱਚ ਆਇਰਨ ਹੁੰਦਾ, ਸਪਾਈਨਸ 'ਚ ਆਇਰਨ ਹੁੰਦਾ। ਠੀਕ ਹੈ, ਆਇਰਨ ਹੀਮੋਗਲੋਬਿਨ ਬਣਾਉਂਦਾ ਹੈਗਾ, ਆਇਰਨ ਦੀ ਕਮੀ ਦੇ ਨਾਲ ਅਨੀਮੀਆ ਹੋ ਜਾਂਦਾ ਇੱਦਾਂ ਦਾ। ਟੈਸਟ ਫੋਰ ਫੈਟ ਵੀ ਅਸੀਂ ਕਰ ਲਿਆ ਹੈਗਾ। ਇਸ ਤੋਂ ਬਿਨਾਂ ਸਾਡੇ ਜਿਹੜੇ ਨਿਊਟਰੀਐਂਟਸ ਹੈ, ਭੋਜਨ ਦੇ ਤੱਤ ਆ, ਉਹਦੇ ਵਿੱਚ ਵਿਟਾਮਿਨ ਅਤੇ ਮਿਨਰਲਸ ਵੀ ਹੁੰਦੇ ਆ। ਕਿਹੜੇ ਕਿਹੜੇ ਮਿਨਰਲਸ, ਲਾਈਕ ਤੁਹਾਡੀਆਂ ਬੋਨਸ ਹੈ, ਉਹ ਕੈਲਸ਼ੀਅਮ ਫੋਸਫੇਟ ਦੀਆਂ ਬਣੀਆਂ ਹੋਈਆਂ, ਕੈਲਸ਼ੀਅਮ ਫੋਸਫੇਟ ਦੀਆਂ ਬਣੀਆਂ ਹੁੰਦੀਆਂ, ਤਾਂ ਕਰਕੇ ਬੋਨਸ ਦੀ ਕਿਆ ਹੋਏਗੀ, ਸਟਰੈਂਥ ਹੋਏਗੀ। ਠੀਕ ਹੈ, ਤਾਂਹੀਓ ਦੁੱਧ ਦੇ ਵਿੱਚੋਂ ਤੁਹਾਨੂੰ ਕੈਲਸ਼ੀਅਮ ਮਿਲਦਾ ਹੈਗਾ। ਉਸ ਤੋਂ ਬਾਅਦ ਆ ਪ੍ਰੋਟੀਨਸ, ਇਹ ਕਾਰਬੋਹਾਈਡਰੇਟ ਦੇ ਕਾਰਬੋਹਾਈਡਰੇਟ ਦੇ ਪਲਾਂਟ ਸੋਰਸਿਸ ਹੈ। ਠੀਕ ਹੈ, ਪਲਾਂਟਸ ਤੋਂ, ਪਲਾਂਟ ਸੋਰਸਿਸ ਕਾਰਬੋਹਾਈਡਰੇਟ ਦੇ, ਜਿਵੇਂ ਵੀਟ, ਰਾਈਸ, ਬਾਜਰਾ, ਮਿੱਠੇ, ਠੀਕ ਹੈ, ਮਿੱਠੇ ਫਰੂਟਸ, ਮੱਕੀ ਵਗੈਰਾ, ਇਹ ਸਾਰੇ ਕੀ ਆ, ਕਾਰਬੋਹਾਈਡਰੇਟ ਦੇ ਪਲਾਂਟ ਸੋਰਸਿਸ ਹੈ। ਓਇਲਸ ਦਿਖਾਏ ਹੈਗੇ ਆ ਸਾਡੇ, ਓਇਲਸ ਜਿਵੇਂ ਕੋਕੋਨਟ ਹੈ, ਬਦਾਮ ਦਾ ਤੇਲ ਹੈ, ਮੂੰਗਫਲੀ ਦਾ ਤੇਲ ਹੈ, ਨਟਸ ਦਾ। ਠੀਕ ਹੈ, ਤਾਂ ਇਹ ਕਿਤੋਂ ਬਣੇ ਹੋਏ ਆ, ਪਲਾਂਟਸ ਤੋਂ ਫੈਟਸ। ਠੀਕ ਹੈ, ਓਇਲਸ ਐਂਡ ਫੈਟਸ ਇਸ ਡਾਇਗਰਾਮ 'ਚ ਦਿਖਾਇਆ ਹੋਇਆ ਤੁਹਾਡਾ। ਦੈਨ ਬਟਰ, ਘੀ, ਮਿਲਕ, ਕਰੀਮ, ਇਹ ਵੀ ਫੈਟਸ ਦਿਖਾਏ ਹੋਏ ਆ। ਫਿਸ਼ਿਸ ਵਗੈਰਾ ਤੋਂ ਐਗ ਹੈਗੇ ਆ। ਠੀਕ ਹੈ, ਤਾਂ ਇਹ ਐਨੀਮਲ ਸੋਰਸਿਸ ਹੋ ਗਏ ਫੈਟਸ ਦੇ। ਦੈਨ ਪ੍ਰੋਟੀਨ ਦੇ ਸੋਰਸਿਸ ਦੇਖੋ। ਠੀਕ ਹੈ, ਪ੍ਰੋਟੀਨ ਬਲੈਕ ਚਨੇ, ਦਾਲਾਂ ਦਿਖਾਈਆਂ, ਰਾਜਮਾਂਹ, ਸੋਆਬੀਨ, ਮਟਰ, ਇਹ ਸਾਰੇ ਕੀ ਇਹਨਾਂ 'ਚ ਪ੍ਰੋਟੀਨਸ ਹੁੰਦੇ ਆ। ਓਹੋ ਸੋ ਸੈਡ, ਬਰਗਰ ਹਿੱਲ ਗਿਆ, ਉੱਪਰ ਕੰਨੀ ਜਾਣਾ। ਹਾਂਜੀ, ਦੇਖੋ ਉਸ ਤੋਂ ਬਾਅਦ ਵਿਟਾਮਿਨ ਏ, ਵਿਟਾਮਿਨ ਕਿਹੜੇ ਕਿਹੜਿਆਂ 'ਚ ਹੁੰਦਾ, ਏ ਕੈਰਟ,
ਪਪਾਇਆ, ਮੈਂਗੋ, ਮਿਲਕ, ਫਿਸ਼ ਆਇਲ। ਅਗਰ ਵਿਟਾਮਿਨ ਨਹੀਂ ਖਾਂਦੇ ਤਾਂ ਸਾਡਾ ਲੈਂਸ ਜਿਹੜਾ ਹੈਗਾ ਉਹ ਧੁੰਦਲਾ ਹੋ ਜਾਂਦਾ, ਜ਼ੀਰੋਥੈਲਮੀਆ ਰੋਗ ਹੋ ਜਾਂਦਾ, ਜਿਹਨੂੰ ਕੀ ਆ ਅੰਧਰਾਤਾ ਕਹਿੰਦੇ ਆ ਪੰਜਾਬੀ 'ਚ। ਠੀਕ ਆ। ਵਿਟਾਮਿਨ ਏ, ਵਿਟਾਮਿਨ ਬੀ ਦੇ ਸੋਰਸਿਸ ਕਿਆ ਹੈਗੇ ਆ? ਪੋਲਿਸਟਰਾਈਸ ਲੀਵਰ, ਇਹ ਕਣਕ। ਵਿਟਾਮਿਨ ਬੀ ਦੀ ਕਮੀ ਨਾਲ ਬੇਰੀ ਰੋਗ ਹੋ ਜਾਂਦਾ। ਇਹਦੇ ਵਿੱਚ ਡਰਮੇਟਾਈਟਸ ਵੀ ਕਹਿੰਦੇ ਆ, ਡਰਮੇਟਾਈਟਸ। ਤੁਹਾਡੀ ਚਮੜੀ ਕਿਆ ਹੈ? ਚਮੜੀ ਸੁੱਕ ਜਾਏਗੀ, ਸਕਿਨ ਜੋ ਹੈ ਸੁੱਕੀ ਜੀ, ਸਕੇਲਸ, ਡਰਾਈ ਸਕਿਨ ਹੋ ਜਾਂਦੀ ਹੈਗੀ ਹੈ ਵਿਟਾਮਿਨ ਬੀ ਦੀ ਕਮੀ ਨਾਲ। ਫਿਰ ਵਿਟਾਮਿਨ ਸੀ ਨੂੰ ਜਿਹੜਾ ਹੈਗਾ ਅਸਕੋਰਬਿਕ ਐਸਿਡ ਵੀ ਕਹਿੰਦੇ ਆ। ਚਲੋ ਇੰਨਾ ਨਾ ਕਰੋ, ਜ਼ਿਆਦਾ ਡਿਟੇਲ 'ਚ ਹੋ ਜਾਏਗਾ। ਜਿੰਨੇ ਵੀ ਸਿਟਰਸ ਫਰੂਟਸ ਹੈ, ਸਿਟਰਸ ਮੀਨਸ ਖੱਟੇ ਫਰੂਟਸ ਹੈਗੇ ਆ, ਜਿਵੇਂ ਨਿੰਬੂ ਆਹ ਦਿਖਾਈ ਹੋਇਆ, ਅਮਰੂਦ, ਨਿੰਬੂ, ਮਿਰਚਾਂ, ਆਮਲਾ, ਸੰਤਰਾ, ਟਮਾਟਰ। ਤਾਂ ਵਿਟਾਮਿਨ ਸੀ ਦੀ ਕਮੀ ਨਾਲ ਕਿਆ ਹੁੰਦਾ? ਸਕਰਵੀ ਮੇ ਵੀ ਸਪੈਲਿੰਗ ਥੋੜ੍ਹੇ ਇੱਧਰ ਉੱਧਰ ਹੋਣਗੇ। ਸਕਰਵੀ ਦਾ ਮੀਨਸ ਕੀ ਹੈਗਾ? ਜਿਹੜੇ ਤੁਹਾਡੇ ਮਸੂੜੇ ਹੈਗੇ ਆ, ਗਮਸ ਹੈਗੇ ਆ, ਉਹਨਾਂ 'ਚੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ, ਮਸੂੜਿਆਂ ਦੇ ਵਿੱਚੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਮਸੂੜੇ ਕੀ ਹੈ? ਫੁੱਲ ਜਾਂਦੇ ਹੈਗੇ ਆ। ਠੀਕ ਆ। ਦੈਨ ਵਿਟਾਮਿਨ ਡੀ, ਧੁੱਪ, ਸਨਲਾਈਟ ਇਜ਼ ਬੈਸਟ ਸੋਰਸ ਆਫ ਵਿਟਾਮਿਨ ਡੀ। ਠੀਕ ਹੈ। ਸਨਲਾਈਟ ਦਾ ਡਾਇਰੈਕਟ ਸੋਰਸਿਸ ਹੈ। ਇਸ ਤੋਂ ਬਿਨਾਂ ਮਿਲਕ, ਬਟਰ, ਐਗਸ, ਮੀਟ, ਫਿਸ਼ ਵਗੈਰਾ ਇਹ ਸਾਰੇ ਵਿਟਾਮਿਨ ਡੀ ਦੇ। ਵਿਟਾਮਿਨ ਡੀ ਅਗਰ ਨਹੀਂ ਲਵਾਂਗੇ ਤਾਂ ਰਿਕਟਸ ਨਾਮ ਦਾ ਡੈਫੀਸ਼ੀਐਂਸੀ ਡਿਜ਼ੀਜ਼। ਡੈਫੀਸ਼ੀਐਂਸੀ ਦਾ ਮੀਨਸ ਹੁੰਦਾ ਕਮੀ ਦੇ ਕਰਕੇ ਡਿਜ਼ੀਜ਼ ਹੋ ਜਾਏਗੀ। ਠੀਕ ਹੈ। ਰਿਕਟਸ 'ਚ ਕਿਆ ਹੁੰਦਾ? ਤੁਹਾਡੀ ਜੋ ਲੌਂਗ ਬੋਨਸ ਹੈਗੀਆਂ ਲੈਗਸ ਦੀਆਂ, ਉਹ ਕੀ ਹੈ? ਇੱਦਾਂ ਕਰਵਡ ਹੋ ਜਾਂਦੀਆਂ। ਇਸ ਨੂੰ ਕੀ ਕਹਿੰਦੇ ਆ? ਰਿਕਟਸ ਦਾ ਵਿਟਾਮਿਨ ਡੀ ਦੀ ਕਮੀ ਕਰਕੇ। ਇਸ ਕਰਕੇ ਸਨਸ਼ਾਈਨ ਲੈਣਾ ਚਾਹੀਦਾ ਤੁਹਾਨੂੰ। ਠੀਕ ਹੈ। ਇਹ ਸੀਗਾ ਡਾਇਰੈਕਟਲੀ ਯੂ ਕੈਨ ਟੇਕ ਦੀ ਸਨ ਬਾਥ। ਦੈਨ ਆਇਓਡੀਨ ਸਾਡੀ ਇੱਥੇ ਜੋ ਹੈ, ਜਿਸ ਤਰ੍ਹਾਂ ਇਹ ਪਿਕਚਰ ਦਿਖਾਈ, ਇੱਥੇ ਗਰਦਨ ਦੇ ਕੋਲ ਥਾਇਰਾਇਡ ਗਲੈਂਡਸ ਹੁੰਦੀ ਹੈ। ਥਾਇਰਾਇਡ ਗਲੈਂਡ ਥਾਇਰੋਕਸਿਨ ਹਾਰਮੋਨ ਸਕਰੀਟ ਕਰਦੀ ਹੈ, ਥਾਇਰੋਕਸਿਨ ਹਾਰਮੋਨ। ਅਤੇ ਇਹ ਕਿਉਂ ਬਣਦਾ ਹੈਗਾ? ਜੇ ਆਇਓਡੀਨ ਸਾਡੇ ਲਈ ਕਿਉਂ ਜ਼ਰੂਰੀ ਹੈਗੀ ਆ? ਆਇਓਡੀਨ ਜਿਵੇਂ ਪਾਲਕ, ਅਦਰਕ, ਬੀਨਸ, ਫਿਸ਼ ਵਗੈਰਾ ਤੋਂ। ਜੇ ਆਇਓਡੀਨ ਦੀ ਕਮੀ ਹੋ ਜਾਏਗੀ ਤਾਂ ਸਾਡੀ ਬੋਡੀ 'ਚ ਥਾਇਰੋਕਸਿਨ ਹਾਰਮੋਨ ਨਹੀਂ ਰਿਲੀਜ਼ ਹੋਏਗਾ। ਠੀਕ ਹੈ। ਇਹ ਸਾਡੀ ਗਰੋਥ ਅਤੇ ਡਿਵੈਲਪਮੈਂਟ 'ਚ ਹੈਲਪ ਕਰਦਾ ਹੈਗਾ। ਮੈਟਾਬੋਲਿਜ਼ਮ ਗਰੋਥ ਅਤੇ ਹੈਲਥ 'ਚ ਹੈਲਪ ਕਰਦਾ। ਮੈਟਾਬੋਲਿਜ਼ਮ ਬੋਡੀ ਦਾ ਬਣਾ ਕੇ ਰੱਖਦਾ, ਮੇਨਟੇਨ ਕਰਕੇ ਰੱਖਦਾ। ਅਗਰ ਆਇਓਡੀਨ ਦੀ ਕਮੀ ਦੇ ਕਰਕੇ ਕਿਹੜਾ ਹਾਰਮੋਨ? ਥਾਇਰੋਕਸਿਨ ਹਾਰਮੋਨ ਨਹੀਂ ਰਿਲੀਜ਼ ਹੋਏਗਾ ਤਾਂ ਤੁਹਾਨੂੰ ਗੋਇਟਰ ਪੰਜਾਬੀ 'ਚ ਇਹਨੂੰ ਕੀ ਕਹਿੰਦੇ ਆ? ਗਿੱਲੜ ਰੋਗ ਹੋ ਜਾਂਦਾ ਹੈਗਾ। ਤੁਹਾਡੀ ਆ ਨੈਕ ਦੇ ਕੋਲ ਜਿਹੜੀ ਗਲੈਂਡ ਹੁੰਦੀ ਹੈ ਫੁੱਲ ਜਾਂਦੀ ਹੈ, ਥਾਇਰੋਕਸਿਨ ਹਾਰਮੋਨ ਨਹੀਂ ਸਕ੍ਰੀਟ ਕਰੇਗੀ, ਤੁਹਾਡਾ ਭੋਜਨ ਚੰਗੀ ਤਰ੍ਹਾਂ ਮੈਟਾਬੋਲਾਈਜ਼ ਨਹੀਂ ਹੋਏਗਾ ਤਾਂ ਇਹਦੇ ਨਾਲ ਗਿੱਲੜ ਰੋਗ ਜਾਂ ਗੋਇਟਰ ਹੋ ਜਾਂਦਾ ਹੈਗਾ। ਦੈਨ ਫੋਸਫੋਰਸ, ਸ਼ਾਈਨਿੰਗ ਸਕਿਨ ਵਗੈਰਾ ਲਈ ਫੋਸਫੋਰਸ ਮਿਲਕ, ਬਨਾਨਾ, ਚਾਵਲ, ਰਾਈਸ, ਵੀਟ ਵਗੈਰਾ ਤੋਂ ਮਿਲਦੀ ਹੈ। ਆਇਰਨ ਦੇ ਸੋਰਸਿਸ ਦਿਖਾਏ ਹੈਗੇ ਆ। ਆਇਰਨ ਫਰੋਮ ਵੇਅਰ ਵੀ ਗੈਟ ਦੀ ਆਇਰਨ? ਐਪਲ, ਸਪਾਈਨਚ, ਮੀਟ, ਤਾਂ ਕੀ ਦਿਖਾਇਆ ਤੁਹਾਡੇ ਪਲਮ। ਠੀਕ ਹੈ। ਤਾਂ ਇਹਨਾਂ ਤੋਂ ਤੁਹਾਨੂੰ ਕੀ ਮਿਲੇਗਾ? ਆਇਰਨ ਮਿਲੇਗਾ। ਆਇਰਨ ਦੀ ਕਮੀ ਨਾਲ ਅਨੀਮੀਆ ਮੀਨਸ ਪੀਲੀਆ, RBCs ਘੱਟ ਜਾਂਦੇ ਹੈਗੇ ਆ, ਰੈੱਡ ਬਲੱਡ ਕਾਰਪਸਲਸ ਦੀ ਕਮੀ ਹੋ ਜਾਂਦੀ ਹੈਗੀ ਹੈ। ਠੀਕ ਆ। ਤਾਂ ਇਹ ਸੀਗੇ ਆਇਰਨ ਦੇ ਕਰਕੇ। ਦੈਨ ਕੈਲਸ਼ੀਅਮ ਮਿਲਕ ਤੋਂ ਅਤੇ ਐਗ ਤੋਂ ਮਿਲਦਾ ਹੈਗਾ। ਇਹਦੇ ਨਾਲ ਸਾਡੀਆਂ ਬੋਨਸ ਅਤੇ ਟੀਥ ਵਗੈਰਾ ਕੀ ਹੈ? ਮਜ਼ਬੂਤ ਸਟਰੈਂਥ ਮਿਲਦੀ ਹੈਗੀ ਹੈ ਇਹਨਾਂ ਨੂੰ। ਤਾਂ ਇਹ ਸੀਗੇ ਸਾਡੇ ਵਿਟਾਮਿਨਸ ਐਂਡ ਮਿਨਰਲਸ। ਠੀਕ ਹੈ। ਵਿਟਾਮਿਨ A, B, C, D, E ਅਤੇ K ਬਲੱਡ ਕਲੋਟਿੰਗ ਲਈ ਹੈਲਪ ਕਰਦਾ। ਵਿਟਾਮਿਨ E ਦੀ ਵੀ ਜ਼ਰੂਰਤ ਹੁੰਦੀ ਹੈਗੀ ਹੈ ਮੇਲਸ ਨੂੰ।
ਉਸ ਤੋਂ ਬਾਅਦ ਕਿਆ ਦਿਖਾਇਆ ਇਹਨਾਂ ਨੇ, ਬੈਲੈਂਸ ਡਾਈਟ ਦਾ ਮੀਨਿੰਗ। ਬੈਲੈਂਸ ਡਾਈਟ ਜਿਸ 'ਚ ਸਾਡੀ ਮਤਲਬ ਗਰੋਥ ਅਤੇ ਡਿਵੈਲਪਮੈਂਟ ਮੇਨਟੇਨੈਂਸ ਲਈ ਸਾਰੇ ਨਿਊਟਰੀਐਂਟਸ ਹੋਣ ਬੋਡੀ ਦੀ ਨੀਡ ਦੇ ਅਕੋਰਡਿੰਗ, ਆਲਸੋ ਕੰਟੇਨ ਰਫ ਫੇਜ਼ਸ ਐਂਡ ਵਾਟਰ। that diet is known as the balanced diet, that is essential nutrients ਹੋਣ, ਠੀਕ ਹੈ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟਸ, ਚਰਬੀ ਜੋ ਵੀ ਹੈ, ਵਾਟਰ। ਇੱਕ ਟਰਮ ਆਈ ਸੀ ਰਫ ਏਜ, ਠੀਕ ਹੈ, ਸਾਡੀ ਜਿਹੜੀ ਇੰਟੈਸਟਾਈਨ ਹੈ ਉਹ ਲੌਂਗ ਹੁੰਦੀ ਆ, ਉਹਦੇ ਲਈ ਸਾਨੂੰ ਵੈਜੀਟੇਬਲ ਐਂਡ ਫਰੂਟਸ that we can eat in the form of ਸੈਲਡ ਦੇ ਰੂਪ 'ਚ ਅਸੀਂ ਖਾ ਸਕਦੇ ਹਾਂ। they will clean our large and small intestine ਨੂੰ, ਛੋਟੀ ਅਤੇ ਵੱਡੀ ਆਂਦਰ ਨੂੰ ਸਾਫ਼ ਕਰਦੇ ਹੈਗੇ ਆ, ਤਾਂ ਇਹਨਾਂ ਨੂੰ ਫਾਈਬਰਸ ਫਰੂਟਸ ਕਿਹਾ ਜਾਂਦਾ ਹੈਗਾ, ਠੀਕ ਹੈ। ਵਿਟਾਮਿਨਸ ਦੇ ਲੋਸ ਨਾਲ ਜਾਂ ਮਿਨਰਲ ਦੇ ਲੋਸ ਨਾਲ ਡੈਫੀਸ਼ੀਐਂਸੀ ਡਿਜ਼ੀਜ਼ਸ ਹੋ ਜਾਂਦੀ ਹੈ। ਅਤੇ ਜੇ ਅਸੀਂ ਜ਼ਿਆਦਾ ਫੈਟਸ ਖਾਵਾਂਗੇ ਤਾਂ ਸਾਨੂੰ ਓਬਿਸਿਟੀ ਦਾ ਮੀਨਸ ਕੀ ਹੁੰਦਾ, ਓਬਿਸਿਟੀ ਮੋਟਾਪਾ ਰੋਗ ਹੋ ਜਾਂਦਾ। ਮੋਟਾਪਾ ਦੇਖੋ, ਜ਼ਿਆਦਾ ਕਾਰਬੋਹਾਈਡਰੇਟ ਖਾਓਗੇ ਤਾਂ ਵੀ ਤੁਹਾਨੂੰ ਓਬਿਸਿਟੀ ਹੋ ਸਕਦਾ, ਫੈਟਸ ਜ਼ਿਆਦਾ ਖਾਓਗੇ ਤਾਂ ਵੀ ਮੋਟਾਪਾ ਹੋ ਸਕਦਾ, ਪ੍ਰੋਟੀਨ ਜ਼ਿਆਦਾ ਖਾਣ ਨਾਲ ਕਿਡਨੀ ਫੇਲੀਅਰਸ ਹੋ ਜਾਂਦਾ, ਲੈਸ ਦਾ ਨਾਲ ਗਰੋਥ ਡਿਵੈਲਪਮੈਂਟ ਨਹੀਂ ਹੋਏਗੀ, ਠੀਕ ਹੈ। ਤਾਂ ਬੈਲੈਂਸ ਡਾਈਟ, ਡੈਫੀਸ਼ੀਐਂਸੀ ਡਿਜ਼ੀਜ਼ ਜ਼ਿਆਦਾ ਖਾਣ ਨਾਲ ਮਤਲਬ ਕਮੀ ਦੇ ਕਰਕੇ, ਜਿਹੜੀਆਂ ਜਿਸ ਤਰ੍ਹਾਂ ਆਹ ਬੱਚਾ ਦਿਖਾਇਆ ਦੇਖੋ, ਓਬੀਸ ਦਿਖਾਇਆ, ਓਬਿਸਿਟੀ ਦਿਖਾਈ ਹੈ, ਇਹਨੂੰ ਮੋਟਾਪਾ ਹੋਇਆ ਵਾ, ਇਹਦਾ ਮਤਲਬ ਇਸ ਬੱਚਾ ਫੈਟਸ ਵਗੈਰਾ ਜ਼ਿਆਦਾ ਖਾਂਦਾ ਸੀਗਾ ਜਾਂ ਕਾਰਬੋਹਾਈਡਰੇਟ, ਸਟਾਰਚ ਵਗੈਰਾ, ਤਾਂ ਉਹਨੂੰ ਕੀ ਹੋ ਗਈ, ਓਬਿਸਿਟੀ ਹੋ ਗਈ, ਠੀਕ। ਆ ਇੱਕ ਟੇਬਲ ਦਿੱਤਾ ਹੋਇਆ, ਵਿਟਾਮਿਨ ਏ ਦੀ ਕਮੀ ਦੇ ਨਾਲ ਸਾਡਾ ਲੈਂਸ ਜੋ ਹੈ ਪ੍ਰੋਪਰ ਵਰਕ ਨਹੀਂ ਕਰੇਗਾ, ਆਈ ਸਾਈਟ ਖਰਾਬ ਹੋ ਜਾਂਦੀ ਹੈ, ਬੇਰੀ ਮਸਲਸ ਵਗੈਰਾ ਨੂੰ ਪ੍ਰੋਪਰ ਵੀਕ ਹੋ ਜਾਂਦੇ ਆ, ਸਕਰਵੀ, ਬਲੀਡਿੰਗ ਗਮਸ ਹੋ ਜਾਣਗੇ। ਰਿਕਟਸ ਦੇ ਨਾਲ ਸਾਡੀਆਂ ਹੱਡੀਆਂ ਜਿਹੜੀਆਂ ਸੋਫਟ ਹੋ ਜਾਂਦੀਆਂ, ਬੈਂਡ ਹੋ ਜਾਣਗੀਆਂ। ਕੈਲਸ਼ੀਅਮ ਵਗੈਰਾ ਦੀ ਕਮੀ ਦੇ ਕਰਕੇ ਬੋਨਸ ਵੀਕ ਹੋ ਜਾਣਗੇ, ਟੂਥ 'ਚ ਕੈਵਿਟੀ ਹੋ ਜੂਗੀ। ਆਇਓਡੀਨ ਦੀ ਕਮੀ ਦੇ ਨਾਲ ਗੋਇਟਰ, ਠੀਕ ਹੈ, ਸਾਡੀ ਨੈਕ ਦੇ ਨੀਚੇ ਗਲੈਂਡ ਕੀ ਆ, ਫੁੱਲ ਜਾਏਗੀ, ਔਰ ਇਸ ਜਿਹੇ ਬੱਚੇ ਮੈਂਟਲੀ ਰਿਟਾਰਡਡ ਵੀ ਹੁੰਦੇ ਆ। ਆਇਰਨ ਦੀ ਕਮੀ ਦੇ ਨਾਲ ਅਨੀਮੀਆ ਦੇ ਕਰਕੇ ਵੀਕਨੈਸ ਆਏਗੀ। ਆਈ ਥਿੰਕ ਯੂ ਅੰਡਰਸਟੈਂਡ। ਇਹ ਸਾਰਾ ਲੈਸਨ ਦੀ ਰੀਕੈਪਚੁਲੇਸ਼ਨ ਹੈ। ਬੈਰੀ ਕਾਰਬੋਹਾਈਡਰੇਟ, ਫੈਟਸ, ਮਿਨਰਲਸ, ਦੀਜ਼ ਆਰ ਦੀ ਆਲ ਅਬਾਊਟ। ਨਾਓ ਲੈਟਸ ਡਿਸਕਸ ਦੀ ਕੁਐਸਚਨ। ਮੇਜਰ, ਠੀਕ ਹੈ, ਮੈਂ ਥੋੜ੍ਹਾ ਸ਼ਾਰਟਕਟ ਲਿਖ ਰਹੀ ਹਾਂ। ਮੇਜਰ ਨਿਊਟਰੀਐਂਟਸ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟਸ, ਮਿਨਰਲ, ਵਿਟਾਮਿਨ, ਵਾਟਰ ਐਂਡ ਰਫੇਜ਼ਸ। ਮੇਜਰ ਨਿਊਟਰੀਐਂਟਸ ਕੀ ਹੈ, ਇਹ ਵਾਲੇ ਹੈਗੇ ਆ। ਐਨਰਜੀ ਗਿਵਿੰਗ ਫੂਡ ਕਿਹੜੇ ਹੋਣਗੇ, ਕਾਰਬੋਹਾਈਡਰੇਟ, ਕਾਰਬੋਸ ਅਤੇ ਫੈਟਸ, ਇਹਨਾਂ ਤੋਂ ਸਾਨੂੰ ਐਨਰਜੀ ਮਿਲਦੀ ਆ। ਬੋਡੀ ਦੀ ਗਰੋਥ ਅਤੇ ਡਿਵੈਲਪਮੈਂਟ ਕੌਣ ਕਰਾਏਗਾ, ਪ੍ਰੋਟੀਨਸ ਦੇ ਕਰਕੇ। ਵਿਟਾਮਿਨ ਕਿਹਦੇ ਕਰਕੇ ਸਾਡੀ ਆਈ ਸਾਈਟ ਸਹੀ ਰਹਿੰਦੀ ਹੈ, ਵਿਟਾਮਿਨ ਏ ਦੇ ਕਰਕੇ। ਬੋਨਸ ਨੂੰ ਕੌਣ ਸਟਰੈਂਥ ਪ੍ਰੋਵਾਈਡ ਕਰਦਾ, ਕੈਲਸ਼ੀਅਮ। ਫੈਟਸ ਵਾਲੇ, ਫੈਟ ਰਿਚ ਫੂਡ ਕੋਈ ਵੀ, ਓਇਲ, ਘੀ, ਬਟਰ ਵਗੈਰਾ ਲਿਖ ਦਿਓ। ਸਟਾਰਚ ਵਾਲੇ, ਠੀਕ ਹੈ, ਵੀਟ, ਰਾਈਸ, ਪੋਟੈਟੋ, ਇਹਨਾਂ 'ਚ ਸਟਾਰਚ ਹੁੰਦੀ ਹੈ। ਡਾਇਟਰੀ ਫਾਈਬਰ, ਵੈਜੀਟੇਬਲਸ ਆ ਜਾਣਗੀਆਂ, ਔਰ ਫਰੂਟਸ। ਪ੍ਰੋਟੀਨਸ 'ਚ ਐਨੀ ਫਿਸ਼, ਮਿਲਕ, ਪੀਜ਼, ਐਗ, ਕੁਛ ਵੀ ਲਿਖ ਸਕਦੇ ਹੋ। ਦੈਨ ਟਿਕ ਮਾਰਕ ਵਾਲੇ ਕੁਐਸਚਨ, ਬਾਈ ਈਟਿੰਗ ਰਾਈਸ ਅਲੋਨ, ਕਿ ਇਕੱਲੇ ਅਸੀਂ ਅਗਰ ਚਾਵਲ ਹੀ ਖਾਂਦੇ ਰਹੀਏ ਤਾਂ ਰਾਈਸ 'ਚ ਕੀ ਹੈ, ਕਾਰਬੋਜ਼ ਹੈਗੇ ਆ, ਤਾਂ ਸਾਡੇ ਨਿਊਟਰੀਐਂਟਸ ਫੁੱਲਫਿਲ ਹੋਣਗੇ, ਪ੍ਰੋਟੀਨਸ ਦੀ ਕਮੀ ਆ ਜਾਏਗੀ, ਫੈਟਸ ਵਗੈਰਾ ਦੀ। ਤਾਂ ਸਾਨੂੰ ਬੈਲੈਂਸ, ਇਹ ਗਲਤ ਹੈਗੀ ਹੈ ਸਟੇਟਮੈਂਟ, ਰੋਂਗ, ਦਿਸ ਇਜ਼ ਦੀ ਰੋਂਗ ਆਨਸਰ। ਡੈਫੀਸ਼ੀਐਂਸੀ ਡਿਜ਼ੀਜ਼ ਪ੍ਰੀਵੈਂਟਡ ਬਾਈ ਈਟਿੰਗ ਬੈਲੈਂਸ ਡਾਈਟ, ਹਾਂਜੀ, ਠੀਕ ਹੈ, ਠੀਕ ਕੀਤੀ ਜਾ ਸਕਦੀ ਹੈ। ਬੈਲੈਂਸ ਡਾਈਟ ਫॉर ਦੀ ਬੋਡੀ ਸ਼ੁੱਡ ਕੰਟੇਨ ਵਰਾਇਟੀ ਆਫ ਆਈਟਮਸ, ਯੈਸ, ਵਰਾਇਟੀ, ਯੈਸ, ਹਾਂ, ਤਾਂਹੀਓ ਸਾਨੂੰ ਬੈਲੈਂਸ ਡਾਈਟ ਮਿਲੇਗੀ। ਮੀਟ ਅਲੋਨ ਇਜ਼ ਸਫੀਸ਼ੀਐਂਟ ਟੂ ਪ੍ਰੋਵਾਈਡ ਆਲ ਨਿਊਟਰੀਐਂਟਸ, ਨਹੀਂ, ਠੀਕ ਹੈ, ਇਕੱਲਾ ਇੱਕੋ ਹੀ ਚੀਜ਼ ਸਾਨੂੰ ਸਾਰੇ ਵਿਟਾਮਿਨ, ਮਿਨਰਲਸ ਵਗੈਰਾ ਨਹੀਂ ਦੇ ਸਕਦੀ। ਵਿਟਾਮਿਨ ਡੀ ਦੀ ਕਮੀ ਦੇ ਨਾਲ ਰਿਕਟਸ ਹੋ ਜਾਏਗਾ।
ਡੈਫੀਸ਼ੀਐਂਸੀ ਬੇਰੀ ਦੀ B1 ਮਤਲਬ ਵਿਟਾਮਿਨ ਬੀ ਦੇ ਨਾਲ। ਡੈਫੀਸ਼ੀਐਂਸੀ ਆਫ ਸੀਡਸ ਸਕਰਵੀ, ਬਲੀਡਿੰਗ ਫਰੋਮ ਦੀ ਗਨਸ। ਨਾਈਟ ਬਲਾਈਂਡਨੈਸ ਵਿਟਾਮਿਨ ਏ ਦੀ ਕਮੀ ਦੇ ਨਾਲ ਹੁੰਦਾ। ਦੈਨ ਪ੍ਰੋਜੈਕਟਸ, ਇੱਕ ਬੈਲੈਂਸ 12 ਈਅਰ ਓਲਡ ਚਾਈਲਡ ਹੈਗਾ, ਉਹ ਬੈਲੈਂਸ ਡਾਈਟ ਲੈ ਰਿਹਾ ਹੈਗਾ ਤਾਂ ਉਹਦੀ ਡਾਈਟ ਦਾ ਚਾਰਟ ਬਣਾਓ। ਜ਼ਰੂਰੀ ਨਹੀਂ ਹੈ ਕਿ ਮਹਿੰਗਾ ਹੀ ਫੂਡ ਹੋਣਾ ਚਾਹੀਦਾ, ਠੀਕ ਹੈ। ਕਾਮਨ ਅਵੇਲੇਬਲ ਫਰੈਸ਼ ਫੂਡ ਹੋਵੇ, ਜਿਹੜਾ ਤੁਹਾਨੂੰ ਕਾਮਨ ਅਵੇਲੇਬਲ ਹੋਵੇ। 12 ਈਅਰ ਦੇ ਬੱਚੇ ਲਈ ਤੁਸੀਂ ਇੱਕ ਡਾਈਟ ਚਾਰਟ ਪਲਾਨ ਕਰਨਾ ਹੈਗਾ। ਅਗਲਾ ਹੈਗਾ ਜੇ ਜ਼ਿਆਦਾ ਫੈਟਸ ਖਾਓਗੇ ਤਾਂ ਉਹਦੇ ਹਾਰਮਫੁੱਲ ਇਫੈਕਟਸ ਲਿਖਣੇ ਆ। ਪ੍ਰੋਟੀਨਸ 'ਤੇ ਜ਼ਿਆਦਾ ਖਾਣ ਨਾਲ ਕੀ ਹੁੰਦਾ ਹੈਗਾ, ਇਹ ਟੋਪਿਕ ਤੁਸੀਂ ਕਲਾਸ 'ਚ ਡਿਸਕਸ ਕਰ ਸਕਦੇ ਹੋ। ਅਗਲਾ ਹੈਗਾ ਕੁਐਸਚਨ, ਟੈਸਟ ਦੀ ਫੂਡ ਯੂਜ਼ਲੀ ਈਟਨ ਬਾਈ, ਜਿਹੜੇ ਜਾਨਵਰ ਹੈ ਉਹ ਕੀ ਖਾਂਦੇ ਹੈਗੇ ਆ ਐਨੀਮਲਸ ਫੂਡ ਦੇ ਬਾਰੇ। ਜਿਵੇਂ ਤੁਹਾਡੇ ਘਰ ਕਾਓ ਹੈ, ਉਹ ਕੀ ਖਾਏਗੀ, ਪਲਾਂਟਸ, ਲੀਵਸ, ਘਾਹ, ਤੂੜੀ, ਠੀਕ ਹੈ, ਚਨੇ ਵਗੈਰਾ। ਤਾਂ ਕੀ ਇਹਨਾਂ ਨੂੰ ਵੀ ਬੈਲੈਂਸ ਡਾਈਟ ਦੀ ਜ਼ਰੂਰਤ ਹੁੰਦੀ ਹੈ? ਯੈਸ ਹੀ ਆਏਗਾ ਨਾ, ਕਿ ਐਨੀਮਲਸ ਨੂੰ ਵੀ ਬੈਲੈਂਸ ਡਾਈਟ ਦੀ ਜ਼ਰੂਰਤ ਹੁੰਦੀ ਹੈ।